ਜਦੋਂ ਤੁਸੀਂ ਕੁਝ ਅਜਿਹੇ ਲੋਕਾਂ ਨੂੰ ਲਿਆਉਂਦੇ ਹੋ, ਕਈ ਵਾਰੀ ਉਹ ਪੁਲ ਦੇ ਥੱਲੇ ਹੇਠਾਂ ਪਰੇਸ਼ਾਨ, ਪਤਾ ਨਹੀਂ ਕਿਹੜੀ ਹਾਲਤ ਹੁੰਦੇ ਨੇ, ਕਿਸੇ ਦੇ ਕੀੜੇ ਪਏ ਨੇ, ਕੋਈ ਘਰੋਂ ਕੱਢਿਆ ਹੋਇਆ, ਕਿਸੇ ਦੀ ਲੱਤ ਟੁੱਟੀ ਹੋਈ ਹੈ। ਤੁਸੀਂ ਉੱਥੇ ਆਪਣੇ ਤੌਰ ਤੇ ਇੱਕ ਆਪਣੇ ਢੰਗ ਦੀ ਗੱਲ ਕਰ ਰਹੇ ਹੁੰਦੇ ਹੋ। ਉਸ ਪੁਲ ਦੇ ਉੱਪਰ ਦੀ ਉੱਥੇ ਬੋਰਡ ਲੱਗੇ ਹੁੰਦੇ ਨੇ ਵੀ ਇੰਨੇ ਹਸਪਤਾਲਾਂ ਦਾ ਸਹੂਲਤ ਦੇ ਦਿੱਤੀ ਗਈ ਹੈ, ਇੰਨੇ ਕਲੀਨਿਕ ਖੋਲ੍ਹ ਦਿੱਤੇ ਗਏ ਨੇ ਸਰਕਾਰ ਦੁਆਰਾ, ਵਿਕਾਸ ਬੜਾ ਹੈ। ਉਹ ਪੁਲ ਬੜਾ ਸੋਹਣਾ ਲੱਗਦਾ ਉੱਪਰ, ਜਿਹੜੇ ਉੱਤੇ ਫੱਟੇ ਜਿਹੇ ਫਲੈਕਸਾਂ ਲੱਗੀਆਂ ਹੁੰਦੀਆਂ ਨੇ। ਤੁਹਾਨੂੰ ਉਦੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੁੰਦਾ? ਇੱਕ ਰੱਬ ਦਾ ਬੰਦਾ ਥੱਲੇ ਹੇਠਾਂ ਉਲਾਮੇ ਦੇ ਰਿਹਾ ਹੁੰਦਾ, ਉੱਪਰ ਉਹ ਵਿਕਾਸ ਲੰਘ ਰਿਹਾ ਹੁੰਦਾ। ਅਸਲ 'ਚ ਬਾਈ ਜੀ, ਇਹ ਪਿਛਲੇ 8.5 ਸਾਲਾਂ ਦੇ ਸਫ਼ਰ ਵਿੱਚ ਨਾ ਬਹੁਤ ਥਾਵਾਂ ਤੇ ਅਸੀਂ ਉਹਨਾਂ ਧੀਆਂ ਦੀ ਭੈਣਾਂ ਦੀ ਇੱਜ਼ਤ ਪੱਤ ਲੁੱਟਦਿਆਂ ਦੇਖਿਆ, ਨਗਨ ਅਵਸਥਾ 'ਚ ਪਿਆਂ ਦੇਖਿਆ, ਜਿੱਥੇ ਇੱਕ ਵੱਡਾ ਬੋਰਡ ਲਾ ਕੇ ਲਿਖਿਆ ਹੁੰਦਾ ਬੇਟੀ ਪੜ੍ਹਾਓ ਬੇਟੀ ਬਚਾਓ। ਤੇ ਅਸੀਂ ਉੱਥੇ ਉਹਨਾਂ ਬਾਪੂ ਬਜ਼ੁਰਗਾਂ ਦੇ ਮੰਨ ਲਓ ਨਰਕ ਵਰਗੇ ਹਾਲਾਤ ਦੇਖਿਆ, ਕੀੜੇ ਪਏ ਆਪਣਾ ਮਲ ਮੂਤਰ ਤੱਕ ਖਾਂਦਿਆਂ ਨੂੰ, ਜਿੱਥੇ ਸੀਨੀਅਰ ਸਿਟੀਜ਼ਨ ਦੇ ਵਾਸਤੇ ਵੱਡੀਆਂ ਦਮਗੱਜੇ ਮਾਰੇ ਗਏ ਹੁੰਦੇ, ਵੱਡੇ ਬੋਰਡ ਲਾਏ ਹੁੰਦੇ ਆ, ਜਿੱਥੇ ਵੱਡੇ ਕਲੀਨਿਕ ਖੋਲ੍ਹਣ ਦੀ, ਹਸਪੀਟਲ ਖੋਲ੍ਹਣ ਦੀਆਂ ਗੱਲਾਂ ਦੇ ਵੱਡੇ ਬੋਰਡ ਲੱਗੇ ਹੁੰਦੇ ਆ, ਉੱਥੇ ਉਸੇ ਬੋਰਡ ਦੀ ਛਾਵੇਂ ਥੱਲੇ ਕੀੜਿਆਂ ਤੋਂ ਖਾਧਾ ਜਾ ਰਿਹਾ ਇੱਕ ਇਨਸਾਨ ਪਿਆ ਦੇਖਿਆ। ਬਹੁਤ ਵਾਰ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਏ ਆ, ਜਿੱਥੇ ਧੀਆਂ ਤੇ ਭੈਣਾਂ ਦੀ ਜਾਂ ਆਮ ਨਾਗਰਿਕ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਆ, ਅਸੀਂ ਉਹਨਾਂ ਥਾਣਿਆਂ ਦੇ ਬਾਹਰ ਪਏ ਆਪਣਾ ਕੁੱਤਿਆਂ ਤੋਂ ਖਾਂਦੇ ਹੋਏ ਬੰਦੇ ਦੇਖੇ ਆ। ਤੇ ਇੱਕ ਭੈਣ ਬਿਨਾਂ ਕੱਪੜਿਆਂ ਤੋਂ ਭੱਜ ਕੇ ਪੁਲਿਸ ਸਟੇਸ਼ਨ ਦੇ ਵਿੱਚ ਵੜ ਜਾਂਦੀ ਆ ਤੇ ਉਹਨੂੰ ਉੱਥੋਂ ਕੁੱਟ ਕੇ ਡੰਡੇ ਮਾਰ ਕੇ ਕੱਢਦਿਆਂ ਨੂੰ ਦੇਖਿਆ। ਇੱਕ ਬੰਦਾ ਸੜਕ ਦੇ ਉੱਤੇ ਪਿਆ ਮਰ ਰਿਹਾ, ਉਹਨੂੰ ਹਸਪੀਟਲ ਭੇਜਣ ਦੀ ਬਜਾਏ ਆਪਣੇ ਏਰੀਏ ਤੋਂ ਦੂਰ ਕਿਸੇ ਆਟੋ 'ਚ ਬਿਠਾ ਕੇ ਸੁੱਟ ਕੇ ਆਉਣ ਦੀਆਂ ਅਸੀਂ ਤਸਵੀਰਾਂ ਦੇਖੀਆਂ। ਨਹੀਂ ਕਿ ਇਸ ਤਰ੍ਹਾਂ ਦਾ ਕੁਝ ਦੇਖ ਕੇ ਤੇ ਅੱਜ ਮੰਨ ਲਓ ਇਹ ਮਹਿਸੂਸ ਹੋਣੋਂ ਹਟ ਗਿਆ ਵੀ ਇਹ ਕੀ ਹੋ ਰਿਹਾ। ਜਦੋਂ ਸੇਵਾ ਸ਼ੁਰੂ ਹੋਈ ਸੀ ਸਾਨੂੰ ਬੜਾ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ, ਵਾਹਿਗੁਰੂ ਤੇ ਬੜਾ ਆਨੰਦ ਆਉਂਦਾ ਸੀ ਵੀ ਸੱਚਿਆ ਪਾਤਸ਼ਾਹ ਤੁਸੀਂ ਸਾਨੂੰ ਕਿੱਡੀ ਵੱਡੀ ਸੇਵਾ ਬਖਸ਼ੀ ਹੈ। ਨੋ ਡਾਊਟ ਅੱਜ ਵੀ ਉਹ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ, ਪਰ ਅੱਜ ਇੱਥੇ ਤੱਕ ਆਉਂਦੇ ਹੁਣ ਇੱਦਾਂ ਹੁੰਦਾ ਵੀ ਇਹਦਾ ਅੰਤ ਕੀ ਆ, ਇਹਦਾ ਹੱਲ ਕੀ ਆ। 8-9 ਸਾਲ ਹੋ ਗਏ, ਪੂਰੇ ਪੰਜਾਬ ਤੋਂ ਨਹੀਂ ਪੂਰੇ ਭਾਰਤ 'ਚੋਂ ਫੋਨ ਆਉਂਦੇ ਨੇ ਸਾਨੂੰ ਵੀ ਇੱਥੇ ਬੰਦਾ ਪਿਆ, ਉੱਥੇ ਪਿਆ, ਲੈ ਜਾਓ, ਰੋਂਦੇ ਪਿੱਟਦੇ ਆ ਲੋਕ, ਕਈ ਗੁੱਸਾ ਵੀ ਕਰ ਤੁਸੀਂ ਆਉਂਦੇ ਨਹੀਂ, ਲੈ ਕੇ ਨਹੀਂ ਜਾਂਦੇ ਇੱਥੇ। ਮਤਲਬ ਅਸੀਂ ਕੋਈ ਸਰਕਾਰ ਨਹੀਂ, ਅਸੀਂ ਕੋਈ ਸਿਸਟਮ ਨਹੀਂ, ਕਿੰਨੇ ਕੁ ਬੰਦਿਆਂ ਦੀ ਅਸੀਂ ਹੈਲਪ ਕਰ ਸਕਦੇ ਹਾਂ ਨਾ। 500 ਮੈਂਬਰ ਆ, ਹੁਣ ਤੱਕ 3000 ਦੇ ਕਰੀਬ ਮੈਂਬਰ ਘਰਾਂ 'ਚ ਚਲੇ ਗਏ ਨੇ, ਤੇ ਇੱਦਾਂ ਹੀ 600-700 ਦੇ ਕਰੀਬ ਬੰਦੇ ਉਸ ਵਾਹਿਗੁਰੂ ਦੇ ਘਰ ਵੀ ਜਾ ਚੁੱਕੇ ਨੇ ਜਿਨ੍ਹਾਂ ਦੇ ਸਾਡੇ ਹੱਥੋਂ ਸੇ ਕਰੀਬ 60,000 ਬੰਦੇ ਨੂੰ ਹੁਣ ਤੱਕ ਅਸੀਂ ਦਵਾਈਆਂ ਦਵਾ ਚੁੱਕੇ ਹਾਂ ਜਿਨ੍ਹਾਂ ਦੀ OPD ਲੈਵਲ ਤੇ ਦਿਮਾਗ ਦੇ। ਮਤਲਬ ਕਿੱਡੀ ਕੁ ਵੱਡੀ ਕਪੈਸਿਟੀ ਇੱਕ ਇਨਸਾਨ ਕਰ ਸਕਦੀ। ਕੁਛ ਬੰਦਿਆਂ ਨੇ ਰਲ ਕੇ ਜਿਨ੍ਹਾਂ ਦੀ ਔਕਾਤ ਹੀ ਨਹੀਂ ਸੀ ਵੀ ਖੁਦ ਦਾ ਇਲਾਜ ਵੀ ਕਰਾ ਸਕਣ, ਅਸੀਂ ਜਿੰਨੀ ਕੋਸ਼ਿਸ਼ ਆ ਸੰਗਤ ਵਾਹਿਗੁਰੂ ਜੀ ਦੇ ਸਹਿਯੋਗ ਨਾਲ ਕਰ ਰਹੇ ਹਾਂ। ਤੁਸੀਂ ਢਾਬੇ ਵਾਲੀ ਗੱਲ 'ਚ ਇਹ ਵੀ ਕਿਹਾ ਸੀ ਕਿ ਅਸੀਂ ਢਾਬਾ ਤਾਂ ਖੋਲ੍ਹਿਆ ਸੀ ਕੁਛ ਭਾਵਨਾ ਹੋਰ ਲੈ ਕੇ, ਹੋ ਗਿਆ ਕੁਛ ਹੋਰ। ਅਸੀਂ ਤਾਂ ਜੀ ਕਿਸੇ ਦੀ ਦੱਬਣ ਗਏ ਸੀ, ਮਹਾਰਾਜ ਨੇ ਸਾਡੀ ਵੀ ਦਾਨ ਕਰਾਤੀ। ਮੈਂ ਅਕਸਰ ਇਹ ਗੱਲ ਕਰਦਾ ਵੀ ਅਸੀਂ ਕਲਯੁਗੀ ਬੰਦੇ, ਨਰਕ ਦੇ ਕੀੜੇ, ਹਰ ਟਾਈਮ ਜਿੱਦਾਂ ਦੁਨੀਆ ਦੇ ਵਿੱਚ ਬਹੁਤ ਗਿਣਤੀ 'ਚ ਲੋਕ ਵੱਢੂ ਖਾਊ ਕਰਦੇ ਫਿਰਦੇ, ਅਸੀਂ ਵੀ ਉਵੇਂ ਇੱਕ ਹਲਕੇ ਹੋਏ ਕੁੱਤੇ ਵਾਂਗ ਦੁਨੀਆ 'ਚ ਘੁੰਮ ਰਹੇ ਸੀ। ਪਰ ਉਹ ਮੇਰੇ ਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੇ ਗਲ 'ਚ ਪਟਾ ਪਾ ਕੇ ਸਾਨੂੰ ਇਸ ਪਾਸੇ ਨੂੰ ਲਾਤਾ। ਮਹਾਰਾਜ ਨੇ ਆ ਜਿਹੜੀ ਜ਼ਮੀਨ ਦਾ ਇੱਕ ਟੁਕੜਾ ਜਿਹਦੇ ਪਿੱਛੇ ਲੋਕ ਲੜ ਮਰ ਜਾਂਦੇ ਆ, ਅਸੀਂ ਬਹੁਤ ਵਡਭਾਗੇ ਆ। ਮੇਰੇ ਫੈਮਿਲੀ ਨੂੰ ਵੀ ਪ੍ਰਮਾਤਮਾ ਨੇ ਸਮੱਤ ਬਖਸ਼ੀ, ਹਰ ਚੀਜ਼ ਹਰ ਪੁਆਇੰਟ ਇੱਦਾਂ ਚਿਣਿਆ ਜਿਵੇਂ ਇੱਕ ਨਾ ਮਤਲਬ ਉਹਦੀ ਬੁਣਤੀ ਇਸ ਤਰੀਕੇ ਨਾਲ ਵੀ ਇੱਕ ਕੁੰਡਾ ਵੀ ਵਿੱਚੋਂ ਜੇ ਕੱਢਦੀ ਉਹ ਸਾਰਾ। ਸੇਵਾ ਸਭ ਤੋਂ ਵੱਡੀ ਸੇਵਾ, ਸੁਪਨਿਆਂ ਦਾ ਘਰ, ਰੱਬ ਦਾ ਬੰਦਾ ਭਾਈ ਗੁਰਪ੍ਰੀਤ ਸਿੰਘ ਜੀ, ਜਿੱਥੇ ਅਨੇਕਾਂ ਹੀ ਜਿਹੜੇ ਪਰੇਸ਼ਾਨ ਨੇ ਲੋਕ, ਬੇਸਹਾਰਾ ਨੇ, ਨਿਆਸਰੇ ਨੇ, ਉਹਨਾਂ ਨੂੰ ਲਿਆਉਣਾ ਸੰਭਾਲਣਾ। ਕੁਛ ਉਹ ਲੋਕ ਵੀ, ਕੁਛ ਉਹ ਬੇਭਾਗੇ ਵੀ ਜਿਨ੍ਹਾਂ ਦੀ ਔਲਾਦ ਜਿਹੜੀ ਕਹਿ ਲਈਏ ਤਾਂ ਚੰਗੀ ਨਹੀਂ ਨਿਕਲਦੀ, ਤਾਂ ਉਹ ਪਿੱਛੇ ਮਾਂ-ਬਾਪ ਵਿਲਕਦੇ ਰਹਿ ਜਾਂਦੇ ਨੇ। ਸੋ ਜਿਸ ਤਰ੍ਹਾਂ ਸੇਵਾ ਦੇ ਕਾਰਜ ਚੱਲ ਰਹੇ ਨੇ ਸੁਪਨਿਆਂ ਦੇ ਘਰ ਦੇ ਵਿੱਚ, ਇਸ ਵਕਤ ਆਪਣੇ ਨਾਲ ਨੇ ਭਾਈ ਗੁਰਪ੍ਰੀਤ ਸਿੰਘ ਜੀ। ਤੇ ਦੱਸ ਦਈਏ ਕਿ ਇਹ ਜਿਹੜੀਆਂ ਪਵਿੱਤਰ ਆਤਮਾਵਾਂ ਬਾਪੂ ਬੈਦਵਾਨ, ਸਰਪੰਚ ਸਾਹਿਬ ਬਾਪੂ ਗੋਪਾਲ ਸਿੰਘ ਜੀ ਤੇ ਬਾਕੀ ਭਾਈ ਗੁਰਪ੍ਰੀਤ ਸਿੰਘ ਜੀ ਦੀ ਗੱਲਬਾਤ ਕਰਨਗੇ। ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਧੰਨਵਾਦ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸ਼ੁਕਰੀਆ ਤੁਹਾਡਾ, ਤੁਹਾਡੀ ਟੀਮ ਦਾ ਸਾਰੀ। ਜੀ ਭਾਈ ਗੁਰਪ੍ਰੀਤ ਸਿੰਘ ਜੀ, ਜਿਵੇਂ ਪਿਛਲੇ ਦਿਨੀ ਇਸ ਜਗ੍ਹਾ 'ਤੇ ਜਿੱਥੇ ਆਪਾਂ ਖੜੇ ਆਂਗੇ, ਹਰ 15 ਦਿਨਾਂ ਬਾਅਦ ਦਿਮਾਗੀ ਬਿਮਾਰੀਆਂ ਦਾ ਕੈਂਪ ਲੱਗਦਾ ਹੈ, ਤੇ ਪਿਛਲੇ ਦਿਨੀ ਬਾਰਿਸ਼ ਬੜੀ ਭਾਰੀ ਹੋ ਰਹੀ ਸੀ, ਉੱਧਰੋਂ ਮਰੀਜ਼ ਸਨ, ਇਹ ਰੂਹਾਂ ਸਨ, ਤੇ ਬੜੀ ਪਰੇਸ਼ਾਨੀ ਹੋ ਰਹੀ ਸੀ। ਥੋੜ੍ਹਾ ਜਿਹਾ ਜਾਣਨਾ ਚਾਹਾਂਗੇ ਪਹਿਲਾਂ ਵੀ ਜਿਹੜਾ ਇਹ ਕੰਮ ਚੱਲ ਰਿਹਾ ਕੀ ਇੱਧਰ? ਇਹਨਾਂ ਵੀਰ ਜੀ ਪਹਿਲਾਂ ਤਾਂ ਉਸ ਵਾਹਿਗੁਰੂ ਜੀ ਦੀ ਕਿਰਪਾ, ਅਕਾਲ ਪੁਰਖ ਵਾਹਿ, ਕੋਈ ਅੱਲਾ, ਕੋਈ ਰਾਮ, ਕੋਈ ਵਾਹਿਗੁਰੂ, ਕੋਈ ਭਗਵਾਨ ਨਾ, ਆਪਾਂ ਅਲੱਗ-ਅਲੱਗ ਨਾਵਾਂ ਨਾਲ ਜ਼ਰੂਰ ਪੁਕਾਰਦੇ ਹਾਂ, ਪਰ ਉਹ ਹੈ ਇੱਕ ਹਰ ਇੱਕ ਇਨਸਾਨ ਦੇ ਅੰਦਰ ਵਸਦਾ। ਤੇ ਸਾਡੀ
ਪਤਾ ਨਹੀਂ ਕਿਹੜੇ ਚੰਗੇ ਕਰਮਾਂ ਦੀ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਡਿਊਟੀ ਬਖਸ਼ੀ ਆ। ਅਸੀਂ ਸਾਡੇ ਸੁਪਨਿਆਂ ਦੇ ਘਰ ਵਿੱਚ ਅੰਦਰ 500 ਦੇ ਕਰੀਬ ਮੈਂਬਰ ਰਹਿੰਦੇ ਪਰਿਵਾਰ 'ਚ। ਫਿਰ ਕਰੀਬ ਹਰ ਮਹੀਨੇ 5000 ਦੇ ਕਰੀਬ ਉਹ ਮੈਂਬਰ ਆਉਂਦੇ ਨੇ ਸਾਡੇ ਕੋਲੇ ਦਵਾਈਆਂ ਲੈਣ, ਜਿਹੜੇ ਘਰਾਂ 'ਚ ਸੰਗਲਾਂ ਨਾਲ ਬੰਨੇ, ਮੈਂਟਲੀ ਅਪਸੈਟ, ਡਿਪਰੈਸ਼ਨ, ਮਿਰਗੀ ਦੇ ਦੌਰੇ ਪੈਂਦੇ ਆ ਕਿਸੇ ਨੂੰ। ਤੇ ਉਹਨਾਂ ਭੈਣ ਭਰਾਵਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ, ਮਾਵਾਂ ਨੂੰ ਦਵਾਈਆਂ ਦਾ ਜਿਹੜਾ ਗੁਰੂ ਕੇ ਲੰਗਰ, ਦਵਾਈਆਂ ਦੇ ਲੰਗਰ ਦੇ ਰੂਪ ਵਿੱਚ ਦਵਾਈਆਂ ਦਿੱਤੀਆਂ ਜਾਂਦੀਆਂ। ਤੇ ਗਰਮੀਆਂ 'ਚ ਵੀ ਸਰਦੀਆਂ 'ਚ ਵੀ ਬਹੁਤ ਮੰਨ ਲਓ ਦਿੱਕਤ ਪਰੇਸ਼ਾਨੀ ਆਉਂਦੀ ਆ। ਪਹਿਲਾਂ ਪੇਸ਼ੈਂਟ ਥੋੜ੍ਹੇ ਹੁੰਦੇ ਸੀ, ਹੁਣ ਪਿਛਲੇ 4 ਸਾਲਾਂ ਤੋਂ ਮੰਨ ਲਓ ਹਰ ਕੈਂਪ ਦੇ ਵਿੱਚ ਪਹਿਲਾਂ 1000 ਪੇਸ਼ੈਂਟ ਸੀ, ਹੁਣ 2000 ਮਰੀਜ਼ ਇੱਕ ਕੈਂਪ 'ਚ ਹੁੰਦਾ। ਤੇ 2 ਕੈਂਪ ਲੱਗਦੇ ਨੇ ਸਾਡੇ ਮਹੀਨੇ 'ਚ 15-15 ਦਿਨਾਂ ਬਾਅਦ। ਤੇ ਉਹਨਾਂ ਨੂੰ ਇੱਕ ਮਰੀਜ਼ ਨਾਲ 3-3 ਜਾਣੇ 4-4 ਜਾਣੇ ਫੜ ਕੇ ਜਾਂ ਬੰਨ੍ਹ ਕੇ ਲੈ ਕੇ ਆਉਂਦੇ ਉੱਥੇ। ਕਰੀਬ 8-10 ਹਜ਼ਾਰ ਬੰਦੇ ਦਾ ਇਕੱਠ ਹੁੰਦਾ। ਜਦੋਂ ਮੀਂਹ ਪੈ ਜਾਂਦਾ ਤਾਂ ਉਹ ਸਾਰੇ ਬੜੇ ਔਖੇ ਟੈਂਟ ਚੋਣ ਲੱਗ ਜਾਂਦੇ ਆ, ਖੜਨ ਨੂੰ ਜਗ੍ਹਾ ਨਹੀਂ, ਬੱਚਿਆਂ ਨੂੰ ਪੈਣ ਨੂੰ ਬਹਿਣ ਨੂੰ ਜਗ੍ਹਾ ਨਹੀਂ ਸੀ ਹੁੰਦੀ। ਤਾਂ ਅਸੀਂ ਇਹ ਉਪਰਾਲਾ ਕੀਤਾ ਜੀ, ਸੰਗਤ ਨੂੰ ਬੇਨਤੀ ਕਰੀ ਸੀ ਵੀ ਚਾਹੇ ਕਿਸੇ ਦੇ ਘਰੇ ਕੋਈ ਲੋਹੇ ਦੀ ਪਾਈਪ ਪਈ ਹੈ, ਚਾਹੇ ਗਾਡਰ ਪੁਰਾਣਾ ਪਿਆ, ਸਾਨੂੰ ਉਹ ਚੀਜ਼ਾਂ ਤੁਸੀਂ ਦੇ ਦਿਓ, ਆਪਾਂ ਇਹਦਾ ਇੱਕ ਸ਼ੈੱਡ ਬਣਾ ਲਈਏ। ਤੇ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੁਣ ਅਸੀਂ ਇਹ ਲੈਂਟਰ ਤਾਂ ਐਡਾ ਵੱਡਾ ਨਹੀਂ ਸੀ ਪਾ ਸਕਦੇ, ਅਸੀਂ ਲੋਹੇ ਦਾ ਸ਼ੈੱਡ ਬਣਾਉਣ ਲੱਗੇ ਹਾਂ ਜੀ, ਜਿਹਦੇ 'ਚ ਲੋਹੇ ਦੀਆਂ ਚਾਦਰਾਂ ਪਾ ਕੇ ਇਹ ਕਰੀਬ 240 ਫੁੱਟ ਲੰਬਾ ਵਾ ਤੇ 100 ਫੁੱਟ ਇਹ ਚੌੜਾ ਵਾ, ਜਿਹਦੇ ਵਿੱਚ ਸ਼ੈੱਡ ਬਣ ਜਾਊਗਾ, ਜਿੱਥੇ ਅਸੀਂ ਕੈਂਪ ਲਾਇਆ ਕਰਾਂਗੇ। ਘੱਟੋ ਘੱਟ ਠੰਡ ਤੋਂ ਤੇ ਗਰਮੀ ਤੋਂ ਬਚਣ ਦਾ ਉਪਰਾਲਾ ਸਾਡਾ ਕਰਨ ਦੀ ਯਤਨ ਕਰ ਰਹੇ ਹਾਂ ਛੋਟਾ ਜਿਹਾ ਜੀ। ਭਾਈ ਸਾਹਿਬ, ਜਿਵੇਂ 5 ਨਵੰਬਰ 2022 ਨੂੰ ਆਪਣਾ ਪਿੱਛੇ ਇੱਕ ਵੱਡੀ ਹੋਰ ਇਮਾਰਤ ਤਿਆਰ ਹੋ ਰਹੀ ਹੈ ਤੇ ਜਿਸ ਦੇ ਵਿੱਚ 1500 ਬੈੱਡਾਂ ਦਾ ਲਗਭਗ ਇੰਤਜ਼ਾਮ ਹੋਣ ਜਾ ਰਿਹਾ ਹੈ। ਕੰਮ ਕਾਫੀ ਜ਼ਿਆਦਾ, ਉਹ ਪ੍ਰੋਜੈਕਟ ਵੱਡਾ ਹੈ ਤੇ ਬਕਾਇਦਾ ਅਸੀਂ ਦੱਸਣਾ ਚਾਹਾਂਗੇ ਇਸ ਵਕਤ ਤੁਸੀਂ ਆਪਣੀ ਸਕਰੀਨ ਤੇ ਉਸ ਬਿਲਡਿੰਗ ਨੂੰ ਜਿਹੜੀ ਤਿਆਰ ਹੋ ਰਹੀ ਹੈ ਉਸ ਨੂੰ ਵੀ ਤੁਸੀਂ ਉਹ ਤਸਵੀਰਾਂ ਵੇਖ ਰਹੇ ਹੋ। ਤੇ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ, ਕਿਉਂਕਿ ਅੱਗੇ ਸਿਆਲ ਆ ਰਿਹਾ, ਜਿਹੜੀ ਉਹ ਪਰੇਸ਼ਾਨੀ ਹੈ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਤੁਹਾਡੇ ਤੋਂ ਬਿਹਤਰ ਕੋਈ ਨਹੀਂ ਸਮਝਦਾ, ਕਿਉਂਕਿ ਬਹੁਤ ਜੁੜ ਕੇ ਇੱਕ ਦੂਜੇ ਨਾਲ ਪਏ ਹੁੰਦੇ ਨੇ ਹੁਣ ਵੀ ਮੰਜੇ, ਗਰਮੀ ਦੇ ਦੌਰਾਨ ਵੀ। ਬਿਲਕੁਲ ਵੀਰ ਜੀ, ਇਹ ਨਾ ਕਾਫੀ ਚੀਜ਼ਾਂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਨੇ। ਜਦੋਂ ਢਾਬੇ ਤੇ ਸੇਵਾ ਸ਼ੁਰੂ ਹੋਈ ਸੀ, ਪਹਿਲਾਂ ਅਸੀਂ ਕਰੀਬ 6-7 ਮਹੀਨਿਆਂ ਦਾ ਸਫ਼ਰ ਸੀ ਢਾਬੇ ਦੇ ਮਗਰ ਡੇਕਾਂ ਥੱਲੇ ਗੁਜ਼ਾਰਿਆ, ਉਦੋਂ ਗਰਮੀ ਸੀਗੀ। ਫਿਰ ਉੱਥੋਂ ਨਵੰਬਰ ਦੇ ਮਹੀਨੇ 'ਚ ਅਸੀਂ ਬਾਰਨਹਾੜੇ ਖੇਤਾਂ ਦੇ ਵਿੱਚ ਆ ਕੇ ਟੈਂਟ ਲਾ ਕੇ, ਤੰਬੂ ਲਾ ਕੇ ਕਰੀਬ 2 ਸਾਲ ਅਸੀਂ ਉੱਥੇ ਟੈਂਟ ਤੇ ਤੰਬੂਆਂ ਦੇ ਵਿੱਚ ਗੁਜ਼ਾਰਿਆ ਵਕਤ ਨਾ, ਉਹ ਵੀ ਆਪਦੇ ਆਪ 'ਚ ਚੰਗਾ ਲੱਗਦਾ ਸੀ ਉਸ ਟਾਈਮ। ਫਿਰ ਅਸੀਂ ਇੱਥੇ ਸੁਪਨਿਆਂ ਦੇ ਘਰ ਆ ਕੇ ਮਨੁੱਖਤਾ ਦੀ ਸੇਵਾ ਪਰਿਵਾਰ ਨੇ ਇੱਕ ਛੋਟਾ ਜਿਹਾ ਘਰ ਬਣਾ ਲਿਆ, ਜਿੱਥੇ ਸ਼ੈੱਡ ਬਣਾ ਲਏ। ਫਿਰ ਅਸੀਂ 2018 ਤੋਂ ਲੈ ਕੇ ਅੱਜ ਤੱਕ ਅਸੀਂ ਇੱਥੇ ਸ਼ੈੱਡ ਦੇ ਵਿੱਚ ਰਹਿ ਰਹੇ ਹਾਂ। ਵੱਡੇ ਸ਼ੈੱਡ ਬਣਾਏ, ਜਿੱਥੇ ਜਿੰਨੇ ਮੈਂਬਰ ਵੱਧ ਜਾਂਦੇ ਸ਼ੈੱਡ ਵੱਡਾ ਕਰ ਲੈਂਦੇ ਸੀ। ਪਰ ਹੁਣ ਪਿਛਲੇ ਸਾਲ ਵਾਹਿਗੁਰੂ ਨੇ ਮਿਹਰ ਕੀਤੀ, ਅਸੀਂ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਤੇ ਜਿਹਦੀ 1500 ਬੈੱਡ ਦੀ ਕਪੈਸਿਟੀ ਆ, 6 ਮੰਜ਼ਿਲ ਦੀ ਉਹ ਬਿਲਡਿੰਗ ਆ। ਤੇ ਉਹਦਾ ਕਰੀਬ ਇਸ ਟਾਈਮ 35% ਹਿੱਸਾ ਬਿਲਡਿੰਗ ਦਾ ਜਿਹੜਾ ਬਣ ਚੁੱਕਿਆ ਵਾ। ਹੁਣ ਸਾਡੀ ਕੋਸ਼ਿਸ਼ ਆ ਵੀ ਉਹਨੂੰ ਬਿਲਡਿੰਗ ਨੂੰ ਪਹਿਲਾਂ ਅੱਗੇ ਵਧਾਉਣ ਦੀ ਬਜਾਏ ਜਿਹੜੇ ਅਸੀਂ 35% ਬਣਾ ਲਿਆ ਉਹਨੂੰ ਕੰਪਲੀਟ ਕਰ ਲਈਏ, ਕਿਉਂਕਿ ਸਾਡੇ ਘਰ ਦੇ ਵਿੱਚ ਇਸ ਟਾਈਮ 100 ਦੇ ਕਰੀਬ ਬੀਬੀਆਂ ਤੇ ਭੈਣਾਂ ਵਾ ਤੇ ਸਾਡੇ ਕੋਲੇ ਬੀਬੀਆਂ ਦੇ ਰਹਿਣ ਦਾ ਇੰਤਜ਼ਾਮ ਆ ਜਿਹੜਾ ਇਸ ਟਾਈਮ ਉਹ 50 ਤੋਂ ਵੀ ਥੱਲੇ ਆ ਜਗ੍ਹਾ ਜਿਹੜੀ। ਤੇ ਅਸੀਂ ਯਾਨੀ ਕਿ ਉਹਦੀ ਡਬਲ ਕਪੈਸਿਟੀ ਦੇ ਵਿੱਚ ਬੀਬੀਆਂ ਨੂੰ ਰੱਖਣ ਵਾਸਤੇ ਇੱਕ ਮੰਜੇ ਤੇ 2-2 ਜਾਣੀਆਂ ਭੈਣਾਂ ਤੇ ਬੀਬੀਆਂ ਨੂੰ ਪਾਉਣਾ ਪੈ ਰਿਹਾ। ਬਾਪੂ ਬਜ਼ੁਰਗਾਂ ਬੱਚਿਆਂ ਵਾਲੇ ਪਾਸੇ ਵੀ, ਨੌਜਵਾਨਾਂ ਵਾਲੇ ਪਾਸੇ ਵੀ ਮੰਜੇ ਦੇ ਨਾਲ ਮੰਜਾ ਜੋੜ ਕੇ ਅਸੀਂ ਉਹਨਾਂ ਨੂੰ ਰਿਹਾਇਸ਼ ਦਾ ਇੰਤਜ਼ਾਮ ਕੀਤਾ ਹੋਇਆ ਵਾ। ਪਰ ਫਿਰ ਵੀ ਜਿਹੜੇ ਮੇਲ ਪਰਸਨ ਆ ਉਹਨਾਂ ਨੂੰ ਚਾਹੇ ਬਾਹਰ ਵੀ ਆਪਾਂ ਮੰਨ ਲਓ ਮੰਜਾ ਲਾ ਦਈਏ, ਪੱਖਾ, ਉਹ ਵੀ ਕੋਈ ਦਿੱਕਤ ਨਹੀਂ। ਭੈਣਾਂ ਤੇ ਬੀਬੀਆਂ ਦੇ ਵਾਸਤੇ ਅਲੱਗ ਤੋਂ ਪ੍ਰਬੰਧ ਕਰਨੇ ਪੈਂਦੇ ਹਨ ਤੇ ਉਹਦੇ ਵਾਸਤੇ ਸਾਡੀ ਹੁਣ ਕੋਸ਼ਿਸ਼ ਆ ਵੀ ਛੇਤੀ ਤੋਂ ਛੇਤੀ ਬੀਬੀਆਂ ਤੇ ਭੈਣਾਂ ਨੂੰ ਉਸ ਇੱਕ ਥੱਲੇ ਵਾਲਾ ਫਲੋਰ ਤਿਆਰ ਕਰਕੇ ਉਹਦੇ ਸ਼ਿਫਟ ਕੀਤਾ ਜਾਵੇ। ਉਹ 'ਚ 100 ਬੈੱਡ ਲੱਗਣਾ ਵਾ ਤੇ ਵਾਹਿਗੁਰੂ ਮਿਹਰ ਕਰਨ ਸੱਚੇ ਪਾਤਸ਼ਾਹ। ਸਾਡੀ ਇਹ ਕੋਸ਼ਿਸ਼ ਹੈ ਇਸ ਮਹੀਨੇ ਦੇ ਵਿੱਚ ਅਸੀਂ ਉਹਨਾਂ ਨੂੰ ਉੱਧਰ ਸ਼ਿਫਟ ਕਰ ਸਕੀਏ ਤੇ ਜਿਹੜੀ ਬਿਲਡਿੰਗ ਅੱਜ ਛੇਤੀ ਤੋਂ ਛੇਤੀ ਬਣ ਸਕੇ, ਕਿਉਂਕਿ ਜਦੋਂ ਤੋਂ ਉਹ ਡੇਕਾਂ ਥੱਲੋਂ ਤੋਂ ਲੈ ਕੇ ਤੰਬੂ ਤਰਪਾਲਾਂ ਤੇ ਸ਼ੈੱਡ ਤੱਕ ਆਉਂਦੇ ਇੱਕੋ ਹੀ ਸੁਪਨਾ ਸੀ ਵੀ ਇੱਕ ਦਿਨ ਇੱਥੇ ਸੁਪਨਿਆਂ ਦੇ ਘਰ ਦੀ ਇੱਕ ਸੁਪਨਿਆਂ ਵਰਗੀ ਬਿਲਡਿੰਗ ਬਣੇਗੀ ਤੇ ਉਹ ਚੱਲ ਰਿਹਾ ਜੀ ਕੰਮ। ਬਾਕੀ ਵਾਹਿਗੁਰੂ ਦੇ ਹੱਥ 'ਚ ਆ ਗਿਆ ਜੀ। ਕਈ ਵਾਰੀ ਕੀ ਹੁੰਦਾ, ਤੁਸੀਂ ਇੱਕ ਕਹਿ ਲਈਏ ਪੰਜਾਬ ਦੇ ਨਾਗਰਿਕ ਹੋ ਤੁਸੀਂ ਵੀ, ਉਸ ਦੇ ਨਾਲ ਤੁਸੀਂ ਇੱਕ ਸੇਵਾਦਾਰ ਹੋ। ਜਦੋਂ ਤੁਸੀਂ ਕੁਝ ਅਜਿਹੇ ਲੋਕਾਂ ਨੂੰ ਲਿਆਉਂਦੇ ਹੋ, ਕਈ ਵਾਰੀ ਉਹ ਪੁਲ ਦੇ ਥੱਲੇ ਹੇਠਾਂ ਪਰੇਸ਼ਾਨ, ਪਤਾ ਨਹੀਂ ਕਿਹੜੀ ਹਾਲਤ ਹੁੰਦੇ ਨੇ, ਕਿਸੇ ਦੇ ਕੀੜੇ ਪਏ ਨੇ, ਕੋਈ ਘਰੋਂ ਕੱਢਿਆ ਹੋਇਆ, ਕਿਸੇ ਦੀ ਲੱਤ ਟੁੱਟੀ ਹੋਈ ਹੈ। ਤੁਸੀਂ ਉੱਥੇ ਆਪਣੇ ਤੌਰ ਤੇ ਇੱਕ ਆਪਣੇ ਢੰਗ ਦੀ ਗੱਲ ਕਰ ਰਹੇ ਹੁੰਦੇ ਹੋ। ਉਸ ਪੁਲ ਦੇ ਉੱਪਰ ਦੀ ਉੱਥੇ ਬੋਰਡ ਲੱਗੇ ਹੁੰਦੇ ਨੇ ਵੀ ਇੰਨੇ ਹਸਪਤਾਲਾਂ ਦਾ ਸਹੂਲਤ ਦੇ ਦਿੱਤੀ ਗਈ ਹੈ, ਇੰਨੇ ਕਲੀਨਿਕ ਖੋਲ੍ਹ ਦਿੱਤੇ ਗਏ ਨੇ ਸਰਕਾਰ ਦੁਆਰਾ,
ਵਿਕਾਸ ਬੜਾ ਹੈ, ਉਹ ਪੁਲ ਬੜਾ ਸੋਹਣਾ ਲੱਗਦਾ ਹੈ, ਉੱਪਰ ਜਿਹੜੇ ਉੱਤੇ ਫੱਟੇ ਜਿਹੇ ਫਲੈਕਸਾਂ ਲੱਗੀਆਂ ਹੁੰਦੀਆਂ ਨੇ। ਤੁਹਾਨੂੰ ਉਦੋਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੁੰਦਾ? ਇੱਕ ਰੱਬ ਦਾ ਬੰਦਾ ਥੱਲੇ ਹੇਠਾਂ ਉਲਾਮੇ ਦੇ ਰਿਹਾ ਹੁੰਦਾ, ਉੱਪਰ ਉਹ ਵਿਕਾਸ ਲੰਘ ਰਿਹਾ ਹੁੰਦਾ। ਅਸਲ 'ਚ ਬਾਈ ਜੀ ਇਹ ਪਿਛਲੇ 8.5 ਸਾਲਾਂ ਦੇ ਸਫ਼ਰ ਵਿੱਚ ਨਾ ਬਹੁਤ ਥਾਵਾਂ ਤੇ ਅਸੀਂ ਉਹਨਾਂ ਧੀਆਂ ਦੀ ਭੈਣਾਂ ਦੀ ਇੱਜ਼ਤ ਪੱਤ ਲੁੱਟਦਿਆਂ ਦੇਖਿਆ, ਨਗਨ ਅਵਸਥਾ 'ਚ ਪਿਆ ਦੇਖਿਆ, ਜਿੱਥੇ ਇੱਕ ਵੱਡਾ ਬੋਰਡ ਲਾ ਕੇ ਲਿਖਿਆ ਹੁੰਦਾ ਬੇਟੀ ਪੜ੍ਹਾਓ ਬੇਟੀ ਬਚਾਓ। ਤੇ ਅਸੀਂ ਉੱਥੇ ਉਹਨਾਂ ਬਾਪੂ ਬਜ਼ੁਰਗਾਂ ਦੇ ਮੰਨ ਲਓ ਨਰਕ ਵਰਗੇ ਹਾਲਾਤ ਦੇਖਿਆ, ਕੀੜੇ ਪਏ ਆਪਣਾ ਮਲ ਮੂਤਰ ਤੱਕ ਖਾਂਦਿਆਂ ਨੂੰ, ਜਿੱਥੇ ਸੀਨੀਅਰ ਸਿਟੀਜ਼ਨ ਦੇ ਵਾਸਤੇ ਵੱਡੀਆਂ ਦਮਗੱਜੇ ਮਾਰੇ ਗਏ ਹੁੰਦੇ, ਵੱਡੇ ਬੋਰਡ ਲਾਏ ਹੁੰਦੇ ਆ, ਜਿੱਥੇ ਵੱਡੇ ਕਲੀਨਿਕ ਖੋਲ੍ਹਣ ਦੀ, ਹਸਪੀਟਲ ਖੋਲ੍ਹਣ ਦੀਆਂ ਗੱਲਾਂ ਦੇ ਵੱਡੇ ਬੋਰਡ ਲੱਗੇ ਹੁੰਦੇ ਆ, ਉੱਥੇ ਉਸੇ ਬੋਰਡ ਦੀ ਛਾਵੇਂ ਥੱਲੇ ਕੀੜਿਆਂ ਤੋਂ ਖਾਧਾ ਜਾ ਰਿਹਾ ਇੱਕ ਇਨਸਾਨ ਪਿਆ ਦੇਖਿਆ। ਬਹੁਤ ਵਾਰ ਅਸੀਂ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਆਏ ਆ, ਜਿੱਥੇ ਧੀਆਂ ਤੇ ਭੈਣਾਂ ਦੀ ਜਾਂ ਆਮ ਨਾਗਰਿਕ ਦੀ ਸੁਰੱਖਿਆ ਦੀ ਗੱਲ ਕੀਤੀ ਜਾਂਦੀ ਆ, ਅਸੀਂ ਉਹਨਾਂ ਥਾਣਿਆਂ ਦੇ ਬਾਹਰ ਪਏ ਆਪਣਾ ਕੁੱਤਿਆਂ ਤੋਂ ਖਾਂਦੇ ਹੋਏ ਬੰਦੇ ਦੇਖੇ ਆ। ਤੇ ਇੱਕ ਭੈਣ ਬਿਨਾਂ ਕੱਪੜਿਆਂ ਤੋਂ ਭੱਜ ਕੇ ਪੁਲਿਸ ਸਟੇਸ਼ਨ ਦੇ ਵਿੱਚ ਵੜ ਜਾਂਦੀ ਆ ਤੇ ਉਹਨੂੰ ਉੱਥੋਂ ਕੁੱਟ ਕੇ ਡੰਡੇ ਮਾਰ ਕੇ ਕੱਢਦਿਆਂ ਨੂੰ ਦੇਖਿਆ। ਇੱਕ ਬੰਦਾ ਸੜਕ ਦੇ ਉੱਤੇ ਪਿਆ ਮਰ ਰਿਹਾ, ਉਹਨੂੰ ਹਸਪੀਟਲ ਭੇਜਣ ਦੀ ਬਜਾਏ ਆਪਣੇ ਏਰੀਏ ਤੋਂ ਦੂਰ ਕਿਸੇ ਆਟੋ 'ਚ ਬਿਠਾ ਕੇ ਸੁੱਟ ਕੇ ਆਉਣ ਦੀਆਂ ਅਸੀਂ ਤਸਵੀਰਾਂ ਦੇਖੀਆਂ। ਯਾਨੀ ਕਿ ਇਸ ਤਰ੍ਹਾਂ ਦਾ ਕੁਝ ਦੇਖ ਕੇ ਤੇ ਅੱਜ ਮੰਨ ਲਓ ਇਹ ਮਹਿਸੂਸ ਹੋਣੋਂ ਹਟ ਗਿਆ ਵੀ ਇਹ ਕੀ ਹੋ ਰਿਹਾ। ਜਦੋਂ ਸੇਵਾ ਸ਼ੁਰੂ ਹੋਈ ਸੀ ਸਾਨੂੰ ਬੜਾ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ, ਵਾਹਿਗੁਰੂ ਤੇ ਬੜਾ ਆਨੰਦ ਆਉਂਦਾ ਸੀ ਵੀ ਸੱਚਿਆ ਪਾਤਸ਼ਾਹ ਤੁਸੀਂ ਸਾਨੂੰ ਕਿੱਡੀ ਵੱਡੀ ਸੇਵਾ ਬਖਸ਼ੀ ਹੈ। ਨੋ ਡਾਊਟ ਅੱਜ ਵੀ ਉਹ ਚੀਜ਼ ਨੂੰ ਅਸੀਂ ਮਹਿਸੂਸ ਕਰਦੇ ਹਾਂ, ਪਰ ਅੱਜ ਇੱਥੇ ਤੱਕ ਆਉਂਦੇ ਹੁਣ ਇੱਦਾਂ ਹੁੰਦਾ ਵੀ ਇਹਦਾ ਅੰਤ ਕੀ ਆ, ਇਹਦਾ ਹੱਲ ਕੀ ਆ। 8-9 ਸਾਲ ਹੋ ਗਏ, ਪੂਰੇ ਪੰਜਾਬ ਤੋਂ ਨਹੀਂ ਪੂਰੇ ਭਾਰਤ 'ਚੋਂ ਫੋਨ ਆਉਂਦੇ ਨੇ ਸਾਨੂੰ ਵੀ ਇੱਥੇ ਬੰਦਾ ਪਿਆ, ਉੱਥੇ ਪਿਆ, ਲੈ ਜਾਓ, ਰੋਂਦੇ ਪਿੱਟਦੇ ਆ ਲੋਕ, ਕਈ ਗੁੱਸਾ ਵੀ ਕਰ ਤੁਸੀਂ ਆਉਂਦੇ ਨਹੀਂ, ਲੈ ਕੇ ਨਹੀਂ ਜਾਂਦੇ ਇੱਥੇ। ਮਤਲਬ ਅਸੀਂ ਕੋਈ ਸਰਕਾਰ ਨਹੀਂ, ਅਸੀਂ ਕੋਈ ਸਿਸਟਮ ਨਹੀਂ, ਕਿੰਨੇ ਕੁ ਬੰਦਿਆਂ ਦੀ ਅਸੀਂ ਹੈਲਪ ਕਰ ਸਕਦੇ ਹਾਂ ਨਾ। 500 ਮੈਂਬਰ ਆ, ਹੁਣ ਤੱਕ 3000 ਦੇ ਕਰੀਬ ਮੈਂਬਰ ਘਰਾਂ 'ਚ ਚਲੇ ਗਏ ਨੇ, ਤੇ ਇਦਾਂ ਹੀ 600-700 ਦੇ ਕਰੀਬ ਬੰਦੇ ਉਸ ਵਾਹਿਗੁਰੂ ਦੇ ਘਰ ਵੀ ਜਾ ਚੁੱਕੇ ਨੇ ਜਿਨ੍ਹਾਂ ਦੇ ਸਾਡੇ ਹੱਥੋਂ ਸੇ ਕਰੀਬ 60,000 ਬੰਦੇ ਨੂੰ ਹੁਣ ਤੱਕ ਅਸੀਂ ਦਵਾਈਆਂ ਦਵਾ ਚੁੱਕੇ ਹਾਂ ਜਿਨ੍ਹਾਂ ਦੀ OPD ਲੈਵਲ ਤੇ ਦਿਮਾਗ ਦੇ। ਮਤਲਬ ਕਿੱਡੀ ਕੁ ਵੱਡੀ ਕਪੈਸਿਟੀ ਇੱਕ ਇਨਸਾਨ ਕਰ ਸਕਦਾ ਸੀ। ਕੁਛ ਬੰਦਿਆਂ ਨੇ ਰਲ ਕੇ ਜਿਨ੍ਹਾਂ ਦੀ ਔਕਾਤ ਹੀ ਨਹੀਂ ਸੀ ਵੀ ਖੁਦ ਦਾ ਇਲਾਜ ਵੀ ਕਰਾ ਸਕਣ, ਅਸੀਂ ਜਿੰਨੀ ਕੋਸ਼ਿਸ਼ ਆ ਸੰਗਤ ਵਾਹਿਗੁਰੂ ਜੀ ਦੇ ਸਹਿਯੋਗ ਨਾਲ ਕਰ ਰਹੇ ਹਾਂ, ਪਰ ਸਿਸਟਮ ਨਹੀਂ ਬਦਲ ਰਿਹਾ ਬਾਈ। ਸਾਡਾ ਜਿਹੜਾ ਸਰਕਾਰੀ ਤੰਤਰ ਆ ਨਾ, ਦੇਖੋ ਉਹਨਾਂ ਨੇ ਇਹ ਚੀਜ਼ ਨੂੰ ਮੰਨ ਲਿਆ ਵੀ ਇਹ ਬੇਲੋੜਾ ਬੋਲਣ ਵਾਲੇ ਲੋਕ ਆ, ਇਹਨਾਂ ਨੂੰ ਫਰਕ ਹੀ ਨਹੀਂ ਪੈਣਾ ਕੁਛ। ਗੱਲ ਇੱਥੇ ਹੀ ਖੜੀ ਆ ਵੀ ਇੱਕ ਬੰਦਾ ਮੰਨ ਲਓ ਫੇਸਬੁੱਕ ਤੇ ਵੀਡੀਓ ਪਾ ਕੇ ਲੋਕ ਉਹਨੂੰ ਗਾਲਾਂ ਕੱਢ ਰਹੇ ਆ, ਮਾੜਾ ਕਹਿ ਰਹੇ ਆ, ਚਾਹੇ ਸਰਕਾਰ ਨੂੰ ਚਾਹੇ ਕਿਸੇ ਨੂੰ ਲਾ ਲਓ, ਪਰ ਜਦੋਂ ਵੋਟਾਂ ਦਾ ਟਾਈਮ ਆਉਂਦਾ ਜਾਂ ਜਦੋਂ ਕੋਈ ਉਸ ਬੰਦੇ ਨੂੰ ਉਹਦੇ ਕੰਮ ਦੇ ਪ੍ਰਤੀ ਕੋਈ ਉਹਦਾ ਬਿਜ਼ਨਸ ਦੇ ਪ੍ਰਤੀ ਗੱਲ ਹੁੰਦੀ ਆ ਤਾਂ ਉਹਨੂੰ ਉਹਦੇ 'ਚ ਪ੍ਰੋਫਿਟ ਹੁੰਦਾ ਜਾਂ ਉਹਨੂੰ ਵੋਟਾਂ ਆਮ ਨਾਲੋਂ ਵੱਧ ਪੈਂਦੀਆਂ ਤੇ ਫਿਰ ਉਹਨੂੰ ਗਾਲਾਂ ਕੱਢੀ ਜਾਓ ਚਾਹੇ ਜੋ ਮਾਰੇ, ਉਹਨੂੰ ਕੋਈ ਫਰਕ ਹੀ ਨਹੀਂ ਪੈਂਦਾ। ਉਹ ਕਹਿੰਦਾ ਜਦੋਂ ਮੈਨੂੰ ਜਿਹੜੀ ਚੀਜ਼ ਚਾਹੀਦੀ ਉਹ ਮੈਨੂੰ ਮਿਲ ਰਹੀ ਆ। ਹੁਣ ਆਪਾਂ ਨਿੰਦਦੇ ਹਾਂ ਸਰਕਾਰਾਂ ਨੂੰ, ਉਹ 84 ਦੇ ਦੰਗਿਆਂ ਮੌਕੇ ਆਪਾਂ ਕਹਿ ਰਹੇ ਹਾਂ ਵੀ ਇਹਨਾਂ ਨੇ ਸਾਡੇ ਨਾਲ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਪਰ ਫਿਰ ਅਸੀਂ ਉਹਨਾਂ ਨੂੰ ਜਿਤਾ ਦਿੰਦੇ ਹਾਂ, ਹੈ ਨਾ। ਇੱਦਾਂ ਹੀ ਚਾਹੇ ਮੰਨ ਲਓ ਉਸ ਤੋਂ ਬਾਅਦ ਦੂਜੀਆਂ ਸਰਕਾਰਾਂ ਦੀ ਗੱਲ ਕਰਦੇ ਆ, ਉਹਨਾਂ ਨੇ ਬੇਅਦਬੀਆਂ ਹੋ ਗਈਆਂ, ਕੀ ਕੁਛ ਹੋ ਗਿਆ, ਪਰ ਅਸੀਂ ਫਿਰ ਵੀ ਉਹਨਾਂ ਨੂੰ ਜਿਤਾ ਦਿੰਦੇ ਹਾਂ। ਫਿਰ ਹੁਣ ਨਵੀਂ ਪਾਰਟੀ ਆ ਸਾਡੀ ਪੰਜਾਬ ਦੇ ਵਿੱਚ, ਬੜੀ ਉਮੀਦ ਬੜੇ ਭਰੋਸੇ ਨਾਲ ਲੋਕਾਂ ਨੇ ਵੋਟਾਂ ਪਾਈਆਂ, ਤਾਂ ਹੁਣ ਕਰੀਬ 1.5 ਸਾਲ ਦਾ ਸਮਾਂ ਬੀਤ ਚੁੱਕਿਆ। ਮਤਲਬ ਫਿਰ ਉਹ ਚੀਜ਼ਾਂ ਤੇ ਵਿਸ਼ਵਾਸ ਉੱਠਦਾ ਜਾ ਰਿਹਾ ਵਾ ਵੀ ਕੀ ਕਰ ਕੀ ਰਿਹਾ, ਹੋ ਕੀ ਰਿਹਾ, ਕੋਈ ਫਰਕ ਪੈ ਹੀ ਨਹੀਂ ਰਿਹਾ। ਸਭ ਤੋਂ ਪਹਿਲਾਂ ਜ਼ਰੂਰਤ ਜੇ ਅੱਜ ਹੈ ਕਿਸੇ ਨੂੰ, ਉਸ ਬੰਦੇ ਨੂੰ ਜਿਹਦਾ ਕੋਈ ਹੈ ਹੀ ਨਹੀਂ, ਜਿਹੜਾ ਸੜਕ ਤੇ ਹੀ ਪਿਆ ਵਾ, ਜਿਹੜਾ ਗੁਰੂ ਘਰ ਦੇ ਬਾਹਰ ਪਿਆ, ਜਿਹੜਾ ਮੰਨ ਲਓ ਰੇਲਵੇ ਲਾਈਨਾਂ ਤੇ ਉੱਥੇ ਸਟੇਸ਼ਨਾਂ ਤੇ ਪਿਆ, ਬੱਸ ਸਟੈਂਡਾਂ ਤੇ ਪਿਆ, ਉਹਨੂੰ ਜ਼ਰੂਰਤ ਆ ਸਭ ਤੋਂ ਵੱਧ ਇਸ ਟਾਈਮ। ਉਹਦੇ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ, ਨਾ ਸ਼ੈਲਟਰ ਬਣਾਏ ਜਾ ਰਹੇ। ਹੁਣ ਸਰਦੀਆਂ ਆ ਰਹੀਆਂ ਮੂਹਰੇ, ਇੰਨੇ ਬੰਦਿਆਂ ਨੇ ਠੰਡ 'ਚ ਪਿਆ ਨਹੀਂ ਮਰ ਜਾਣਾ, ਜਿਉਂਦੇ ਨੂੰ ਕੋਈ ਨਹੀਂ ਚੱਕਦਾ। ਜਦੋਂ ਮਰ ਜੂ 1 ਘੰਟੇ 'ਚ ਉਹਦੀ ਬੋਡੀ ਚੱਕ ਕੇ ਲੈ ਜਾਂਦੀ ਗੱਡੀ। ਉਹਨਾਂ ਨੂੰ ਐਡੀ ਛੇਤੀ ਸਰਵਿਸ ਕਿੱਥੋਂ ਦੇ ਸਕਦੇ ਆ? ਮਰੇ ਹੋਏ ਨੂੰ ਦਿੰਦੇ, ਜਿਉਂਦੇ ਨੂੰ ਕਿਉਂ ਨਹੀਂ ਦੇ ਰਹੇ? ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕਨਕਲੂਜਨ ਆ ਨਾ, ਉਹ ਇਹੀ ਆ ਵੀ ਉਹਨਾਂ ਨੂੰ ਪਤਾ ਸਾਡਾ ਵੀ ਇਹ ਸਿਰਫ ਰੌਲਾ ਪਾ ਸਕਦੇ ਆ, ਇਹ ਬੋਲਣ ਵਾਲੇ ਆ। ਸਾਨੂੰ ਜਦੋਂ ਕੋਈ ਫਰਕ ਨਹੀਂ ਪੈ ਰਿਹਾ, ਕੁੱਤੇ ਭੌਂਕ ਰਹੇ, ਹਾਥੀ ਆਪਣੀ ਚਾਲ ਚੱਲ ਰਿਹਾ, ਉਹ ਹਾਥੀ ਬਣ ਚੁੱਕੇ ਆ ਤੇ ਅਸੀਂ ਕੁੱਤੇ ਬਣ ਚੁੱਕੇ ਆ। ਤੇ ਪਿਛਲੇ ਦਿਨੀ ਉਹ ਤਸਵੀਰਾਂ ਵੀ ਸੋਚਣ ਲਈ ਮਜਬੂਰ ਕਰਦੇ ਹਨ। ਤੁਸੀਂ DC ਦਫ਼ਤਰ ਲੁਧਿਆਣਾ ਦੇ ਸਾਹਮਣੇ 7-8 ਏਕੜ ਦੇ ਵਿੱਚ ਉੱਥੇ ਦਰਖਤ ਨੇ, ਕੋਈ ਉਜਾੜ ਜੀ ਜਗ੍ਹਾ, ਤੇ ਉੱਥੇ ਲੋਕ ਝਾੜੀਆਂ ਦੇ ਉੱਪਰ ਪੱਲੀਆਂ ਜੀਆਂ ਪਾ ਕੇ ਝਾੜੀਆਂ ਦੇ ਉੱਪਰ ਉਹਦੇ ਵਿੱਚ ਲੋਕ ਸੌਂ ਰਹੇ ਨੇ। ਇਹ ਜਿਹੜੀ ਪੰਜਾਬ ਦੀ ਤਸਵੀਰ ਹੈ ਬਾਈ ਜੀ, ਤੁਸੀਂ ਦੇਖੋ ਜਿੱਥੇ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਬਿਲਕੁਲ 2 ਕਿੱਲੇ ਦੂਰ ਸਾਹਮਣੇ ਆ ਕੇ ਬੈਠਦੇ ਨੇ, ਲੁਧਿਆਣੇ ਦੇ DC ADC ਸਾਰਾ
ਉਹ ਅਮਲਾ ਉੱਥੇ ਬਹਿੰਦਾ ਆ ਕੇ ਉਹਨਾਂ ਦੇ ਬਿਲਕੁਲ ਸਾਹਮਣੇ ਉੱਥੇ ਕਰੀਬ ਸਰਕਾਰੀ ਜਗ੍ਹਾ ਅਰਬਾਂ ਦੀ ਆ ਉਹਨੂੰ ਉਜਾੜ ਬਣਾਇਆ। ਅਮਲੀ ਉੱਥੇ ਨਸ਼ੇੜੀ ਬੈਠੇ ਟੀਕੇ ਲਾ ਰਹੇ ਆ, ਭੰਗ ਪੀ ਰਹੇ ਆ। ਜਿਹੜੇ ਉੱਥੇ ਵੇਟਰ ਦਾ ਕੋਈ ਕੰਮ ਕਰਦਾ ਜਾਂ ਕੋਈ ਹੋਰ ਕਰਦਾ ਉਹ ਰਾਤ ਨੂੰ ਉੱਥੇ ਆ ਕੇ ਸੌਂਦੇ ਆ। ਉਹਨਾਂ ਨੇ ਤੰਬੂ ਲਾ ਕੇ ਤਰਪਾਲਾਂ ਜਿਹੀਆਂ ਦੇ ਵਿੱਚ ਪਏ ਨੇ ਉੱਥੇ ਅੰਦਰ ਹੀ ਗਲਤ। ਉੱਥੇ ਪਤਾ ਨਹੀਂ ਕਿੰਨੀ ਵਾਰ ਰੇਪ ਦੇ ਪਰਚੇ ਦਰਜ ਹੋ ਚੁੱਕੇ ਉਸ ਏਰੀਏ ਦੇ ਵਿੱਚ। ਫੜੇ ਜਾਂਦੇ ਆ ਬੰਦੇ ਜਾਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਆਉਂਦੀਆਂ ਵਾ। ਕਿੰਨੇ ਬੰਦਿਆਂ ਦੀ ਅੰਦਰ ਮੌਤ ਹੋ ਚੁੱਕੀ ਹੈ, ਡੈੱਡ ਬੋਡੀਆਂ ਲੈ ਕੇ ਜਾਂਦੇ ਆ ਚੱਕ ਕੇ ਉੱਥੋਂ। ਪਰ ਉੱਥੇ ਫਿਰ ਵੀ ਮੰਨ ਲਓ ਕੋਈ ਉਹਦੇ ਵੱਲ ਦੇਖਣ ਵਾਲਾ ਨਹੀਂ, ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ ਹੈ ਨਾ। ਅਸੀਂ ਉਹ ਬਾਪੂ ਜੀ ਨੂੰ ਲੈ ਕੇ ਆਏ, ਸ਼ਿਵ ਸ਼ੰਕਰ ਬਾਪੂ ਜੀ ਦਾ ਨਾਂ। ਉਹ ਬਾਪੂ ਨੇਪਾਲ ਦਾ ਰਹਿਣ ਵਾਲਾ, 35 ਸਾਲ ਹੋ ਗਏ ਉਹਨੂੰ ਪੰਜਾਬ ਦੇ ਵਿੱਚ ਕੰਮ ਕਰਦਿਆਂ ਨੂੰ। ਉਹ ਬਾਪੂ ਜੀ ਦਾ ਕਿੰਨੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਉਹ ਕਹਿੰਦਾ ਮੈਂ ਕੰਮ ਕੀਤਾ। ਤੇ ਹੁਣ ਅਸੀਂ ਉਹਦਾ ਘਰ ਲੱਭ ਰਹੇ ਹਾਂ ਨੇਪਾਲ 'ਚ। ਉਹਦੇ ਸਿਰ 'ਚ ਟਿਊਮਰ ਆ, ਉਹ ਪਤਾ ਨਹੀਂ ਆਪਣਿਆਂ ਨੂੰ ਮਿਲ ਵੀ ਪਾਊਗਾ ਕਿ ਨਹੀਂ ਮਿਲ ਪਾਊਗਾ। ਇੰਨੀ ਬੁਰੀ ਹਾਲਤ 'ਚ ਉੱਥੇ ਪਿਆ ਸੀ। 8-9 ਦਿਨ ਹੋ ਗਏ ਸੀ ਉਹਨੇ ਕੁਛ ਖਾਧਾ ਹੀ ਨਹੀਂ ਸੀ ਉੱਥੇ ਪਿਆ। ਤੇ ਜਦੋਂ ਉਹਨੂੰ ਜਿਉਂਦੇ ਨੂੰ ਕੰਪਲੇਂਟਾਂ ਕਰਦੇ ਆ, ਲੋਕ ਦੱਸਦੇ ਆ ਵੀ ਅਸੀਂ ਐਂਬੂਲੈਂਸ ਸੱਦਦੇ ਆ ਜਾਂ ਉਹ ਦੇਖ ਕੇ ਮੁੜ ਜਾਂਦੇ ਵੀ ਅੱਛਾ ਇਹ ਤਾਂ ਉਹ ਆ, ਓਕੇ ਆ। ਵੀ ਜਦੋਂ ਹੀ ਉਹ ਮਰ ਜਾਊਗਾ ਉਦੋਂ ਹੀ ਉਹ ਗੱਡੀ ਆਊਗੀ। ਗੱਡੀ ਆ ਕੇ ਉਹਨੂੰ ਫਟਾਫਟ ਚੱਕ ਕੇ ਲੈ ਕੇ ਜਾਂਦੇ ਆ। ਮਤਲਬ ਮਰੇ ਹੋਏ ਕਹਿੰਦੇ ਵੀ ਮਰਿਆ ਹੋਇਆ 1.25 ਲੱਖ ਦਾ ਜਿਉਂਦਾ ਕੱਖ ਦਾ। ਉਹ ਗੱਲ ਸਾਡੇ ਨਾਲ ਇੱਥੇ ਇਨਸਾਨਾਂ ਨਾਲ ਹੋ ਰਹੀ ਹੈ ਜੀ। ਤੇ ਜਦੋਂ ਕੈਂਪ ਲੱਗਦਾ ਹੈ ਦਿਮਾਗੀ ਬਿਮਾਰੀਆਂ ਦਾ, ਪਿਛਲੇ ਸਮੇਂ ਦਾ ਅਸੀਂ ਕਾਫੀ ਜ਼ਿਆਦਾ ਦੇਖਿਆ। ਹੁਣ ਕਿਉਂਕਿ ਮਰੀਜ਼ ਬੜੇ ਵੱਧਦੇ ਜਾਂਦੇ ਨੇ, ਲੋੜਵੰਦ ਵੱਧਦੇ ਜਾ ਰਹੇ ਨੇ। ਇੱਕ ਕੈਂਪ ਦੇ ਉੱਪਰ ਔਸਤਨ ਕਿੰਨਾ ਕੁ ਮਤਲਬ ਲੰਗਰ ਦੇ ਉੱਪਰ ਹੁਣ ਖਰਚਾ ਆਉਣ ਲੱਗ ਗਿਆ? ਦਵਾਈਆਂ ਦਾ ਲੰਗਰ ਜਿਵੇਂ ਤੁਸੀਂ ਇੱਕ ਕਹਿ ਰਹੇ ਹੋ। ਦੇਖੋ ਵੀਰ ਜੀ, ਦਵਾਈਆਂ ਦਾ ਲੰਗਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ 20 ਰੁਪਇਆਂ ਤੋਂ ਚਲਾਇਆ ਸੀ। ਅੱਜ ਉਹਦੀ ਕੋਈ ਗਿਣਤੀ ਨਹੀਂ ਹੈਗੀ। ਅਸੀਂ ਜਦੋਂ ਇਹ ਸੇਵਾ ਸ਼ੁਰੂ ਹੋਈ ਨਾ, ਸਾਡੇ ਬਾਰਨਹਾੜੇ ਇੱਕ ਵੀਰ ਨੂੰ ਅਸੀਂ ਲੈ ਕੇ ਆਏ ਜਗਰਾਉਂ ਤੋਂ ਚੱਕ ਕੇ। ਲੱਕੀ ਉਹਦਾ ਨਾਂ ਸੀ। ਉਹਦੇ ਪੈਰ 'ਚ ਕੀੜੇ ਪਏ ਹੋਏ ਸੀ। ਚਲੋ ਉਹਨੇ ਆਪਣਾ ਨਾਮ ਦੱਸਿਆ, ਥੋੜ੍ਹੇ ਕੁ ਦਿਨ ਉਹਦੀ ਦਵਾਈ ਦੂਈ ਚੱਲੀ। ਮਹੀਨੇ ਕੁ ਬਾਅਦ ਉਹਨੇ ਆਪਣਾ ਐਡਰੈਸ ਦੱਸਿਆ। ਅਸੀਂ ਉਹਦਾ ਘਰ ਲੱਭ ਲਿਆ, ਜਲੰਧਰ ਦਾ ਰਹਿਣ ਵਾਲਾ ਸੀ। ਉਹਦੀ ਫੈਮਿਲੀ ਉਹਨੂੰ ਲੈਣ ਆਈ ਤਾਂ ਜਦੋਂ ਲੈ ਕੇ ਜਾਣ ਲੱਗੇ ਤਾਂ ਅਸੀਂ ਉਹਨਾਂ ਨੂੰ 1 ਮਹੀਨੇ ਦੀ ਦਵਾਈ ਪੈਕ ਕਰਕੇ ਦੇ ਦਿੱਤੀ ਵੀ 1 ਮਹੀਨੇ ਬਾਅਦ ਦਵਾਈ ਲੈ ਕੇ ਜਾਇਓ ਆ ਕੇ। ਅਗਲੇ ਮਹੀਨੇ ਜਦੋਂ ਆਏ ਦਵਾਈ ਲੈਣ, ਇੱਕ ਮਰੀਜ਼ ਨੂੰ ਹੋਰ ਨਾਲ ਲੈ ਆਏ। ਉਹਨੂੰ ਵੀ ਭੈਣ ਨੂੰ ਅਸੀਂ ਦਵਾਈ ਦਵਾਤੀ, ਡਿਪਰੈਸ਼ਨ ਸੀਗੀ। ਉਹ ਫਿਰ ਦਵਾਈ ਲੈਣ ਆਏ। ਉਹ ਕਹਿੰਦੀ ਮੈਂ ਬਹੁਤ ਠੀਕ ਹਾਂ ਅੱਗੇ ਨਾਲੋਂ। ਸਾਡੇ ਮਨ ਦੇ ਵਿੱਚ ਇੱਕ ਵਾਹਿਗੁਰੂ ਨੇ ਜੋ ਅੱਜ ਇੱਥੇ ਹੋ ਰਿਹਾ ਨਾ, ਅਸੀਂ ਕਰ ਨਹੀਂ ਰਹੇ, ਹੋ ਰਿਹਾ ਵਾ। ਤੇ ਸਾਡੇ ਮਨ 'ਚ ਆਇਆ ਵੀ ਬਹੁਤ ਸਾਰੇ ਲੋਕ ਸਾਨੂੰ ਫੋਨ ਕਰਦੇ ਆ ਵੀ ਸਾਡੇ ਸੰਗਲਾਂ ਨਾਲ ਬੰਨ੍ਹਿਆ, ਸਾਡੇ ਪਿੰਡ 'ਚ ਮੈਂਟਲੀ ਅਪਸੈਟ ਕੋਈ ਘੁੰਮਦਾ ਜਾਂ ਕਿਵੇਂ ਆ, ਵੀ ਆ ਕੇ ਲੈ ਜਾਓ। ਅਸੀਂ ਸਾਰਿਆਂ ਨੂੰ ਕਿੰਨਿਆਂ ਨੂੰ ਲਿਆਵਾਂਗੇ। ਅਸੀਂ ਸੰਗਤ ਨੂੰ ਬੇਨਤੀ ਕੀਤੀ ਵੀ ਜੇ ਕੋਈ ਦਵਾਈ ਲੈਣੀ ਚਾਹੁੰਦਾ ਅਸੀਂ ਦਵਾਈ ਦਵਾ ਸਕਦੇ ਹਾਂ। ਤਾਂ ਉਹ ਉੱਥੋਂ ਕੁਛ ਭੈਣ ਭਰਾ ਸਾਡੇ ਕੋਲ ਦਵਾਈ ਲੈਣ ਆਉਣ ਲੱਗ ਗਏ। ਉਹ ਮਹੀਨੇ ਦੇ ਵਿੱਚ ਮੰਨ ਲਓ 10 ਬੰਦੇ 20 ਬੰਦੇ ਕਰਦੇ ਅੱਜ ਅਸੀਂ ਇੱਥੇ ਤੱਕ ਪਹੁੰਚ ਗਏ ਹਾਂ ਵੀ ਮਹੀਨੇ ਦਾ ਕਰੀਬ 4500 5000 ਪੇਸ਼ੈਂਟ ਇੱਥੇ ਮੈਡੀਸਨ ਲੈਣ ਆਉਂਦਾ ਲੰਗਰ। ਅਸੀਂ ਫਿਰ ਉਹਨੂੰ ਲੰਗਰ ਦੇ ਨਾਮ ਦੇ ਉੱਤੇ ਸੰਗਤ ਨੂੰ ਬੇਨਤੀ ਕੀਤੀ ਵੀ ਇਹ ਦਵਾਈਆਂ ਦਾ ਲੰਗਰ ਲੱਗਦਾ, ਇਹ ਲੰਗਰ ਦੇ ਵਿੱਚ ਤੁਸੀਂ ਆਪਣਾ ਬਣਦਾ ਯੋਗਦਾਨ ਪਾਵੋ। ਹੁਣ ਲੰਗਰ ਦੇ ਵਿੱਚ ਜਦੋਂ ਆਪਾਂ ਪ੍ਰਸ਼ਾਦਾ ਤਿਆਰ ਕਰਦੇ ਹਾਂ ਜੀ, ਕੋਈ ਆਟਾ 2 ਕਿਲੋ ਦੇ ਗਿਆ, ਕੋਈ ਖੰਡ ਦੇ ਗਿਆ, ਕੋਈ ਚਾਹ, ਪਤਾ ਨਹੀਂ ਲੱਗਦਾ, ਉਹਦੀ ਕੋਈ ਕੀਮਤ ਨਹੀਂ ਹੁੰਦੀ। ਤੇ ਯਕੀਨ ਮੰਨਿਓ ਇਸ ਲੰਗਰ ਦੇ ਵਿੱਚ ਵੀ ਸਾਨੂੰ ਕੋਈ ਪਤਾ ਨਹੀਂ ਕੀਮਤ ਕੀ ਹੈ ਇਹਦੀ। ਪਰ ਅਸੀਂ ਐਵਰੇਜ ਕੱਢੀ, ਜਦੋਂ ਸ਼ੁਰੂ ਦੇ ਵਿੱਚ ਕਰਦੇ ਇੱਕ ਬੰਦੇ ਦੀ ਪੇਸ਼ੈਂਟ ਦੀ ਦਵਾਈ ਸਾਨੂੰ 3000 ਰੁਪਏ ਦੀ ਪੈਂਦੀ ਸੀ। ਹੌਲੀ ਫਿਰ 1500 ਤੇ ਆ ਗਏ। ਹੁਣ ਅੱਜ ਅਸੀਂ ਕਰੀਬ 500 450 500 ਰੁਪਏ ਦੀ ਦਵਾਈ ਇੱਕ ਪੇਸ਼ੈਂਟ ਦੀ ਪੈਂਦੀ ਹੈ, ਜਿਹੜੀ ਲੰਗਰ ਦੇ ਰੂਪ 'ਚ ਅਸੀਂ ਵੰਡਦੇ ਹਾਂ। ਤੇ ਉਹ ਦਵਾਈਆਂ ਸਾਨੂੰ ਉਹ ਆਪ ਹੀ ਭੇਜ ਰਹੇ ਨੇ ਸੱਚੇ ਪਾਤਸ਼ਾਹ। ਕੋਈ 10 ਮਰੀਜ਼ਾਂ ਦੀ, ਕੋਈ 20 ਦੀ, ਕੋਈ 50 ਦੀ। ਇਹਨਾਂ ਦਿਨਾਂ 'ਚ ਥੋੜ੍ਹੀ ਦਿੱਕਤ ਆਉਂਦੀ ਆ, ਕਿਉਂਕਿ ਇੱਕ ਤਾਂ ਹੁਣ ਪੰਜਾਬ ਤੇ ਬੜਾ ਵੱਡਾ ਕਹਿਰ ਹੜ੍ਹਾਂ ਦੇ ਰੂਪ 'ਚ ਵੀ ਹੋਇਆ। ਬਾਕੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਦੇ ਕਾਰਨ ਵੀ, ਤੇ ਕਿਸਾਨ ਸਾਡੇ ਭਰਾ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ, ਕਿ ਜ਼ਿਆਦਾ ਪੰਜਾਬ ਦੀ ਵੱਡੀ ਗਿਣਤੀ ਆ, ਤੇ ਉਹ ਸੰਗਤ ਉਹਨਾਂ ਨੇ ਆਉਣਾ ਇੱਥੇ ਸੇਵਾ ਕਰਨ। ਤੇ ਇਹਨਾਂ ਦਿਨਾਂ 'ਚ ਸਾਨੂੰ ਜ਼ਰੂਰ ਦਵਾਈਆਂ ਦੁਵਾਈਆਂ ਲੈ ਕੇ ਆਉਣ ਵਾਸਤੇ ਕ੍ਰੈਡਿਟ ਤੇ ਦੁਕਾਨਾਂ ਤੋਂ ਚੱਕਣੀਆਂ ਪੈਂਦੀਆਂ। ਪਰ ਇਹ ਗੁਰੂ ਕੇ ਲੰਗਰਾਂ ਦੇ ਵਿੱਚ ਉਹ ਗੁਰੂ ਸਾਹਿਬ ਦੀ ਕਿਰਪਾ ਵੀ ਕੀਮਤ ਨਹੀਂ ਪਾਈ ਗਈ ਅੱਜ ਤੱਕ। ਤੇ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਵੀ ਆਉਂਦੇ ਜਿਹੜੇ ਵੱਡੀਆਂ ਗੱਡੀਆਂ 'ਚ ਆਉਂਦੇ ਨੇ, ਪਰ ਉਹ ਗੁਰੂ ਕੇ ਲੰਗਰਾਂ ਦੇ ਰੂਪ 'ਚ ਇੱਥੋਂ ਆ ਕੇ ਦਵਾਈਆਂ ਲਿਜਾ ਕੇ ਠੀਕ ਹੋ ਰਹੇ ਨੇ। ਇਸ ਤਰ੍ਹਾਂ ਦੇ ਵੀ ਆਉਂਦੇ ਨੇ ਜਿਹੜੇ ਡਾਕਟਰ ਸਾਡੇ ਇੱਥੇ ਬੈਠੇ ਨੇ, ਉਹੀ ਦਵਾਈਆਂ ਦੇ ਕੇ ਉਹਨਾਂ ਨੇ ਖਾ ਕੇ ਉਹ ਠੀਕ ਨਹੀਂ ਹੋਏ, ਪਰ ਇੱਥੇ ਗੁਰੂ ਕੇ ਲੰਗਰਾਂ ਦੇ ਰੂਪ 'ਚ ਉਹ ਦਵਾਈਆਂ ਛਕ ਕੇ ਉਹ ਆਪਣਾ ਜੀਵਨ ਨੂੰ ਅੱਗੇ ਸੁਧਾਰ ਰਹੇ ਨੇ। ਜੀ। ਸੋ ਜਿਸ ਤਰ੍ਹਾਂ ਭਾਈ ਗੁਰਪ੍ਰੀਤ ਸਿੰਘ ਜੀ ਆਪਣੇ ਨਾਲ ਗੱਲਬਾਤ ਕਰ ਰਹੇ ਨੇ, ਪਿਛਲੇ ਦਿਨੀ ਦੇਸ਼ ਵਿਦੇਸ਼ ਵਿੱਚ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਹਨਾਂ ਦਾ ਹਰਨੀਆਂ ਦਾ ਆਪਰੇਸ਼ਨ ਹੋਇਆ ਸੀ। ਭਾਜੀ ਕਿੰਨੇ ਦਿਨਾਂ ਬਾਅਦ ਹੀ ਤੁਸੀਂ ਫਿਰ ਦੁਬਾਰੇ ਸੇਵਾ 'ਚ ਵਾਪਸ ਆ ਗਏ? ਸੋ ਕਿਉਂਕਿ ਆਮ ਤੌਰ ਤੇ ਜੇ ਕਿਸੇ ਦਾ ਹਰਨੀਆਂ ਦਾ ਆਪਰੇਸ਼ਨ ਹੁੰਦਾ ਹੈ ਉਹ ਲਗਭਗ 3 ਮਹੀਨੇ ਵਾਸਤੇ ਕਾਫੀ ਜ਼ਿਆਦਾ ਰਹਿਤ ਰੱਖਦਾ।
ਜੀ ਜੀ ਨਹੀਂ ਜੀ, ਇਹ ਬੜੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਵਾ ਸਾਡੇ ਤੇ, ਕਿਉਂਕਿ ਜਦੋਂ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਡਿਊਟੀ ਬਖਸ਼ੀ ਆ, ਸਿਹਤ ਵੀ ਉਹਨਾਂ ਨੇ ਬਖਸ਼ਣੀ ਆ, ਉਹੀ ਕਰਵਾ ਰਹੇ ਨੇ। ਮੈਂ ਕਰੀਬ 12 ਕਿ 13 ਦਿਨਾਂ ਬਾਅਦ ਅਸੀਂ ਮੰਨ ਲਓ ਆਪਣੇ ਕੰਮਕਾਰ ਤੇ ਵਾਪਸ ਆ ਗਏ ਸੀਗੇ। ਡਾਕਟਰ ਨੇ ਕਿਹਾ ਸੀ ਵੀ 3 ਮਹੀਨੇ ਕੋਈ ਕੰਮ ਨਹੀਂ ਕਰਨਾ ਜ਼ੋਰ ਦਾ, ਚਲੋ ਉਹ ਧਿਆਨ ਵੀ ਰੱਖਦੇ ਆ, ਅਸੀਂ ਪ੍ਰੀਕਾਸ਼ਨ ਵੀ ਪੂਰਾ ਵਾ। ਪਰ ਟਾਂਕੇ ਖੁੱਲ੍ਹਣ ਤੋਂ 4-5 ਦਿਨਾਂ ਬਾਅਦ ਹੀ ਅਸੀਂ ਮੰਨ ਲਓ ਆਪਣਾ ਕੰਮਕਾਰ, ਮਿਲਣਾ, ਸੰਗਤ ਨੂੰ ਗੱਲਾਂ ਕਰਨੀਆਂ, ਪੇਸ਼ੈਂਟ ਨੂੰ ਪਿਆਰ ਦੇਣਾ। ਅਸਲ 'ਚ ਇੱਥੇ ਜੀ ਸਭ ਤੋਂ ਵੱਡੀ ਜੇ ਕੋਈ ਚੀਜ਼ ਹੋ ਰਹੀ ਹੈ ਨਾ, ਤਾਂ ਉਹ ਸਾਡਾ ਸਰੀਰ ਵਰਤਿਆ ਜਾ ਰਿਹਾ, ਤੇ ਇਹਨੂੰ ਵਰਤਣ ਵਾਲਾ ਉਹ ਮੇਰਾ ਕਲਗੀਆਂ ਵਾਲਾ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆ, ਤੇ ਉਹਨਾਂ ਨੂੰ ਫਿਕਰ ਆ ਸਾਡਾ, ਤੇ ਉਹ ਵਾਹਿਗੁਰੂ ਜੀ ਨੇ ਹਰ ਚੀਜ਼ ਦਾ ਇੰਤਜ਼ਾਮ ਕੀਤਾ ਹੋਇਆ। ਇੱਥੇ ਮੰਨ ਲਓ ਜੋ ਇਹ ਹੋ ਰਿਹਾ, ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਮੈਂ ਕੈਂਪ ਦੀ ਗੱਲ ਕਰਦੇ ਸੀਗੇ, ਸਾਡੇ ਕੈਂਪ ਦੇ ਵਿੱਚ ਵੀਰ ਜੀ ਜਿਹਦੇ ਘਰ 'ਚ ਧੀ ਮੰਦਬੁੱਧੀ ਪੈਦਾ ਹੋ ਗਈ ਨਾ, ਤੇ ਮਤਲਬ ਉਹਨੂੰ ਘਰੇ ਬੰਨ੍ਹ ਕੇ ਰੱਖਣਾ ਪੈਂਦਾ, ਉਹਨੂੰ ਕਮਰੇ 'ਚ ਬੰਦ ਕਰਕੇ ਰੱਖਣਾ ਪੈਂਦਾ, ਮਾਂ-ਬਾਪ ਨੂੰ ਦਰਿੰਦੇ ਇਦਾਂ ਦੇ ਘੁੰਮਦੇ ਆ। ਤੇ ਉਹ ਭੈਣਾਂ ਸਾਡੀਆਂ ਹੁਣ ਤੱਕ ਕਰੀਬ ਸਾਡੇ ਕੋਲ 11-12 ਹਜ਼ਾਰ ਭੈਣਾਂ ਸਾਡੀਆਂ ਹੁਣ ਤੱਕ ਠੀਕ ਹੋ ਕੇ ਆਪਣਾ ਚੌਂਕਾ ਚੁੱਲ੍ਹਾ ਸਾਂਭਣ ਜੋਗੀਆਂ ਹੋ ਗਈਆਂ। ਤੇ ਇਦਾਂ ਹੀ ਬਹੁਤ ਸਾਰੇ ਨੌਜਵਾਨ ਵੀਰ ਜਿਹੜੇ ਬੰਨੇ ਹੋਏ ਸੀ ਸੰਗਲਾਂ ਨਾਲ, ਪਿੰਡਾਂ 'ਚ ਸੜਕਾਂ ਤੇ ਗਲੀਆਂ 'ਚ ਘੁੰਮਣ ਲਈ ਮਜਬੂਰ ਸੀਗੇ, ਉਹ ਅੱਜ ਆਪਣੇ ਘਰ ਦੇ ਕੰਮਕਾਰ ਕਰਨ ਜੋਗੇ ਹੋ ਗਏ ਆ। ਇਸ ਚੀਜ਼ ਦੀ ਜਿਹੜੀ એનર્ਜੀ ਆ ਇਹਨਾਂ 'ਚ, ਜਦੋਂ ਆ ਕੇ ਇੱਕ ਮਾਂ ਜੱਫੀ ਪਾ ਕੇ ਕਹਿੰਦੀ ਹੈ, ਪੁੱਤ ਦੇਖ ਤੇਰਾ ਭਰਾ ਠੀਕ ਹੋ ਗਿਆ, ਦੇਖ ਪੁੱਤ ਤੇਰੀ ਭੈਣ ਤੇਰੇ ਵਾਸਤੇ ਪਰੌਂਠੇ ਬਣਾ ਕੇ ਲੈ ਕੇ ਆਈ ਹੈ, ਇਹਨੇ 20 ਸਾਲ ਹੋ ਗਏ ਸੀ ਚੌਂਕੇ ਚੁੱਲ੍ਹੇ 'ਚ ਨਹੀਂ ਸੀ ਬੜੀ। ਤੇ ਉਹ ਬਾਈ ਮੈਨੂੰ ਲੱਗਦਾ ਵੀ ਬਹੁਤ ਸਾਰੀਆਂ ਅੰਦਰਲੀਆਂ ਬਿਮਾਰੀਆਂ ਦੂਰ ਕਰ ਦਿੰਦੀਆਂ ਉਹ ਚੀਜ਼ਾਂ, ਤੇ ਉਹ ਦੁਆਵਾਂ, ਉਹ ਅਸੀਸਾਂ। ਉਹ ਤੁਸੀਂ ਦੁਆਵਾਂ ਅਸੀਸਾਂ ਦੀ ਗੱਲ ਕਰ ਰਹੇ ਹੋ। ਕੋਈ ਵੀ ਬੰਦਾ, ਉਹ ਚਾਹੇ ਵੀਡੀਓ ਪਾ ਰਿਹਾ ਜਾਂ ਸਮਾਜ 'ਚ ਸਾਹਮਣੇ ਵਿਚਰ ਕੇ ਕੋਈ ਕੰਮ ਕਰ ਰਿਹਾ, ਜਦੋਂ ਉਸਨੂੰ ਇੱਕ ਅਸੀਸ ਮਿਲਦੀ ਹੈ, ਉਹ ਬੰਦਾ ਆਪਣੇ ਮਨ 'ਚ ਵੀ ਖੁਸ਼ ਹੁੰਦਾ, ਤੇ 100 ਨੂੰ, ਮੇਰੇ ਵਰਗਿਆਂ ਨੂੰ ਜਾਂ ਮੇਰੇ ਵਰਗਾ ਗਾ ਦੱਸਦਾ। ਤੁਸੀਂ ਜਿਸ ਟਾਈਮ ਲਾਈਵ ਹੁੰਦੇ ਹੋ ਜਾਂ ਤੁਹਾਡੀ ਕੋਈ ਵੀਡੀਓ ਆ ਜਾਂਦੀ ਹੈ, ਹੇਠਾਂ ਹੜ੍ਹ ਹੁੰਦਾ ਹੈ, ਇੱਕ ਦਿਨ 'ਚ ਮੈਨੂੰ ਲੱਗਦਾ ਮਿਲੀਅਨ ਤੇ ਤੁਸੀਂ ਅਸੀਸੇ ਲੈ ਲੈਂਦੇ ਹੋਗੇ, ਉਹ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ, ਜਿਹੜੀ ਇਹ ਲੋਕ ਪਿਆਰ ਕਰਨ ਵਾਲੇ ਨੇ? ਉਹੀ ਜਿਹੜਾ ਇਹ ਰਿਪਲਾਈ ਤੁਹਾਡੀ ਗੱਲ ਦਾ ਜਵਾਬ ਆ ਵੀ ਅਸੀਂ 14-15 ਦਿਨਾਂ ਬਾਅਦ ਹੀ ਆਪਰੇਸ਼ਨ ਕਰਾਉਣ ਤੋਂ ਬਾਅਦ ਫੀਲਡ 'ਚ ਕੰਮ ਤੇ ਆ ਗਏ। ਇਹ ਉਸੇ ਅਸੀਸਾਂ ਦਾ ਹੀ, ਉਹ ਗੋਲੀਆਂ, ਉਹ ਦਵਾਈਆਂ, ਉਹ ਇੰਜੈਕਸ਼ਨਾਂ ਤੋਂ ਕਈ ਗੁਣਾ ਵੱਧ ਉਸ ਚੀਜ਼ ਦੀ ਪਾਵਰ ਆ। ਅੱਜ ਜੋ ਇੱਥੇ ਹੋ ਰਿਹਾ, ਜਦੋਂ ਅਸੀਂ ਮੰਨ ਲਓ ਢਾਬੇ ਤੇ ਇੱਕ ਬੰਦੇ ਨੂੰ ਬਿਠਾਇਆ ਸੀ, ਅਸੀਂ ਨਹੀਂ ਸੀ ਸੋਚਿਆ ਵੀ ਇੱਥੇ ਤੱਕ ਚਲੇ ਜਾਵਾਂਗੇ। 1.5 ਸਾਲ ਬਾਅਦ ਤਾਂ ਅਸੀਂ NGO ਰਜਿਸਟਰਡ ਕਰਾਇਆ ਸੀ, ਜਦੋਂ ਸਾਨੂੰ ਪਹਿਲਾਂ ਸੋਚੀ ਹੀ ਨਹੀਂ ਸੀ। ਤੁਸੀਂ ਢਾਬੇ ਵਾਲੀ ਗੱਲ 'ਚ ਇਹ ਵੀ ਕਿਹਾ ਸੀ ਕਿ ਅਸੀਂ ਢਾਬਾ ਤਾਂ ਖੋਲ੍ਹਿਆ ਸੀ, ਕੁਛ ਭਾਵਨਾ ਹੋਰ ਲੈ ਕੇ, ਹੋ ਗਿਆ ਕੁਛ ਹੋਰ। ਅਸੀਂ ਤਾਂ ਜੀ ਕਿਸੇ ਦੀ ਦੱਬਣ ਗਏ ਸੀ, ਮਹਾਰਾਜ ਨੇ ਸਾਡੀ ਵੀ ਦਾਨ ਕਰਾਤੀ। ਮੈਂ ਅਕਸਰ ਇਹ ਗੱਲ ਕਰਦਾ ਵੀ ਅਸੀਂ ਕਲਯੁਗੀ ਬੰਦੇ, ਨਰਕ ਦੇ ਕੀੜੇ। ਹਰ ਟਾਈਮ ਜਿੱਦਾਂ ਦੁਨੀਆ ਦੇ ਵਿੱਚ ਬਹੁਤ ਗਿਣਤੀ 'ਚ ਲੋਕ ਵੱਢੂ ਖਾਊ ਕਰਦੇ ਫਿਰਦੇ, ਅਸੀਂ ਵੀ ਉਵੇਂ ਇੱਕ ਹਲਕੇ ਹੋਏ ਕੁੱਤੇ ਵਾਂਗ ਦੁਨੀਆ 'ਚ ਘੁੰਮ ਰਹੇ ਸੀ। ਪਰ ਉਹ ਮੇਰੇ ਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਡੇ ਗਲ 'ਚ ਪਟਾ ਪਾ ਕੇ ਸਾਨੂੰ ਇਸ ਪਾਸੇ ਨੂੰ ਲਾਤਾ।